Good morning students. Now we will discuss the topic number 6 of 5th chapter जो कि अपना लास्ट वाला टॉपिक है इस चैप्टर का। आज आप डिस्कस करना कि फैक्टर्स डिटरमिनिंग प्राइस इलास्टिसिटी ऑफ डिमांड, ਮੰਗ ਦੀ ਲਚਕ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ-ਕਿਹੜੇ ਤੱਤ ਆ। ਠੀਕ ਹੈ, ਹੁਣ ਆਪਾਂ ਨੂੰ ਪਤਾ ਵੀ ਇਲਾਸਟਿਕ ਕੀ ਹੁੰਦੀ ਹੈ। ਇਲਾਸਟਿਕ ਨੂੰ ਜਦੋਂ ਆਪਾਂ ਖਿੱਚਦੇ ਹਾਂ ਤਾਂ ਉਹ ਕੀ ਆ ਜ਼ਿਆਦਾ ਵੱਧ ਜਾਂਦੀ ਹੈ। ਉਸੇ ਤਰ੍ਹਾਂ ਆਪਾਂ ਇਹੋ ਜਿਹੀਆਂ ਚੀਜ਼ਾਂ ਦੇਖਣੀਆਂ ਜਿਹਦੇ ਵਿੱਚ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਜਿਹੜੀ ਗੁਡਸ ਹੁੰਦੀ ਹੈ ਉਹਦੀ ਡਿਮਾਂਡ ਕੀ ਹੈ ਜ਼ਿਆਦਾ ਹੁੰਦੀ ਹੈ ਜਾਂ ਘੱਟ ਹੁੰਦੀ ਹੈ। ਠੀਕ ਹੈ, ਹੁਣ ਜਿਨ੍ਹਾਂ ਦੀ ਡਿਮਾਂਡ ਆ ਜਿਹੜੀ ਪ੍ਰਾਈਸ 'ਤੇ ਜ਼ਿਆਦਾ ਡਿਪੈਂਡ ਕਰਦੀ ਹੈ, ਜੇ ਪ੍ਰਾਈਸ ਵਿੱਚ ਥੋੜ੍ਹਾ ਜਿਹਾ ਵੀ ਚੇਂਜ ਆਉਂਦਾ ਤਾਂ ਉਹਦੀ ਜਿਹੜੀ ਡਿਮਾਂਡ ਆ ਠੀਕ ਹੈ ਉਹ ਜ਼ਿਆਦਾ ਚੇਂਜ ਹੋ ਜਾਂਦੀ ਹੈ। ਠੀਕ ਹੈ, ਉਹ ਆਪਾਂ ਕਹਾਂਗੇ ਕਿ ਮੋਰ ਇਲਾਸਟਿਕ ਆ। ਹੁਣ ਜਿਨ੍ਹਾਂ ਵਸਤੂਆਂ ਦੇ ਪ੍ਰਾਈਸ ਵਿੱਚ ਚੇਂਜ ਆਉਣ ਨਾਲ ਉਹਨਾਂ ਵਸਤੂਆਂ ਦੀ ਡਿਮਾਂਡ ਆ ਘੱਟ ਚੇਂਜ ਆਉਂਦੀ ਆ, ਆਪਾਂ ਕਹਾਂਗੇ ਉਹ ਲੈਸ ਇਲਾਸਟਿਕ ਆ। ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਕਿ ਨੇਚਰ ਆਫ ਅ ਕਮੋਡਿਟੀ, ਵਸਤੂ ਦਾ ਸੁਭਾਅ ਇਹਦੇ 'ਤੇ ਨਿਰਭਰ ਕਰਦਾ। ਕਹਿੰਦੇ 3 ਟਾਈਪਸ ਆਫ ਗੁਡਸ ਹੁੰਦੀਆਂ, ਠੀਕ ਹੈ, ਜਾਂ ਕਮੋਡਿਟੀਜ਼ ਹੁੰਦੀਆਂ ਆਪਾਂ ਕਹਿ ਸਕਦੇ ਹਾਂ। ਨੈਸੈਸਰੀ ਗੁਡਸ, ਕੰਫਰਟ ਗੁਡਸ, ਲਗਜ਼ਰੀ ਗੁਡਸ। ਨੈਸੈਸਰੀ ਗੁਡਸ ਜ਼ਰੂਰੀ ਵਸਤੂਆਂ, ਕੰਫਰਟ ਗੁਡਸ ਆਰਾਮਦਾਇਕ ਵਸਤੂਆਂ ਅਤੇ ਲਗਜ਼ਰੀ ਗੁਡਸ ਵਿਲਾਸਤਾ ਦੀਆਂ ਵਸਤੂਆਂ। ਨੈਸੈਸਰੀ ਗੁਡਸ ਉਹ ਹੁੰਦੀਆਂ ਜਿਨ੍ਹਾਂ ਦੇ ਬਿਨਾਂ ਆਪਾਂ ਜਮਾਂ ਵੀ ਸਾਰ ਨਹੀਂ ਸਕਦੇ, ਆਪਾਂ ਨੂੰ ਕੀ ਹੈ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ। ਸੋ ਇਹਨਾਂ ਦੀ ਇਲਾਸਟਿਕ ਆ ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਆ ਇਹਨਾਂ ਦੀ ਕੀ ਆ ਲੈਸ ਇਲਾਸਟਿਕ ਹੁੰਦੀ ਹੈ, ਕਿਉਂਕਿ ਇਹਨਾਂ ਦੇ ਪ੍ਰਾਈਸ ਦੇ ਵਿੱਚ ਕਿੰਨਾ ਮਰਜ਼ੀ ਚੇਂਜ ਆਈ ਜਾਵੇ ਪਰ ਆਪਾਂ ਨੂੰ ਹਰੇਕ ਹਾਲਤ ਵਿੱਚ ਇਹ ਚੀਜ਼ਾਂ ਚਾਹੀਦੀਆਂ। ਸੋ ਇਹਦੀ ਡਿਮਾਂਡ ਆ ਜਿਹੜੀ ਉਹ ਲੈਸ ਇਲਾਸਟਿਕ ਹੁੰਦੀ ਹੈ, ਪ੍ਰਾਈਸ ਦੇ ਚੇਂਜ ਹੋਣ ਨਾਲ ਘੱਟ ਦੀ ਵੱਧਦੀ ਹੈ। ਠੀਕ ਹੈ, ਇਸ ਤੋਂ ਅੱਗੇ ਆ ਕਿ ਕੰਫਰਟਸ ਆਰਾਮਦਾਇਕ ਵਸਤੂਆਂ ਹੁੰਦੀਆਂ ਉਹਨਾਂ ਦੀ ਯੂਨਿਟਰੀ ਇਲਾਸਟਿਕ ਹੁੰਦੀ ਹੈ, ਮਤਲਬ ਜਿੰਨਾ ਕੁ ਉਹਨਾਂ ਦੇ ਪ੍ਰਾਈਸ ਵਿੱਚ ਚੇਂਜ ਆਉਂਦਾ ਉਨੀ ਹੀ ਡਿਮਾਂਡ ਵਿੱਚ ਚੇਂਜ ਆਉਂਦਾ। ਇਸ ਤੋਂ ਅੱਗੇ ਵਿਲਾਸਤਾ ਦੀਆਂ ਵਸਤੂਆਂ ਜਿਵੇਂ ਮਹਿੰਗੇ ਡਾਇਮੰਡਸ, ਠੀਕ ਹੈ, ਗੋਲਡ ਵਗੈਰਾ, ਜਾਂ ਫਿਰ ਹੋਰ ਆਪਾਂ ਕਹਿ ਸਕਦੇ ਹਾਂ ਵੀ ਕਾਰਸ। ਠੀਕ ਹੈ, ਹੁਣ ਇਹਨਾਂ ਦੇ ਪ੍ਰਾਈਸ ਦੇ ਵਿੱਚ ਜੇ ਮਤਲਬ ਕਮੀ ਆ ਗਈ ਤਾਂ ਲੋਕ ਇਹਨਾਂ ਨੂੰ ਜ਼ਿਆਦਾ ਖਰੀਦਦੇ ਆ, ਮਤਲਬ ਇਹਨਾਂ ਦੀ ਡਿਮਾਂਡ ਆ ਜਿਹੜੀ ਉਹ ਕੀ ਆ ਮੋਰ ਇਲਾਸਟਿਕ ਹੁੰਦੀ ਆ। ਇਸ ਤੋਂ ਅੱਗੇ ਹੈਗਾ ਅਵੇਲੇਬਿਲਿਟੀ ਆਫ ਸਬਸਟੀਟਿਊਟਸ, ਕਹਿੰਦੇ ਸਥਾਨਾਪਨ ਦੀ ਉਪਲਬਧੀ। ਆਪਾਂ ਨੂੰ ਪਤਾ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੀ ਥਾਂ 'ਤੇ ਆਪਾਂ ਹੋਰ ਵਸਤੂਆਂ ਨੂੰ ਕੀ ਆ ਖਰੀਦ ਸਕਦੇ ਹਾਂ। ਠੀਕ ਹੈ, ਉਹਨਾਂ ਨੂੰ ਛੱਡ ਕੇ। ਇਹਦੀ ਬਹੁਤ ਵਧੀਆ ਐਗਜ਼ਾਮਪਲ ਹੈਗੀ ਹੈ ਟੀ ਐਂਡ ਕੌਫੀ। ਮਤਲਬ ਜੇ ਟੀ ਦੇ ਵਿੱਚ ਕਈ ਪ੍ਰਾਈਸ ਵਿੱਚ ਚੇਂਜ ਆ ਰਿਹਾ ਤਾਂ ਆਪਾਂ ਕੌਫੀ ਯੂਜ਼ ਕਰ ਸਕਦੇ ਹਾਂ। ਠੀਕ ਹੈ, ਜੇ ਪੈਨ ਜਿਹੜੇ ਆ ਉਹਨਾਂ ਦੀ ਕੀਮਤ ਵੱਧ ਗਈ ਤਾਂ ਆਪਾਂ ਉਹਦੀ ਜਗ੍ਹਾ 'ਤੇ ਦੂਸਰੇ ਬੋਲ ਪੈਨਸ ਯੂਜ਼ ਕਰ ਸਕਦੇ ਹਾਂ। ਠੀਕ ਹੈ, ਹੁਣ ਜਿਨ੍ਹਾਂ ਚੀਜ਼ਾਂ ਦੀ ਕਹਿੰਦੇ ਅਵੇਲੇਬਿਲਿਟੀ ਹੈਗੀ ਆ ਮਾਰਕੀਟ ਦੇ ਵਿੱਚ, ਉਹਨਾਂ ਦੇ ਸਬਸਟੀਟਿਊਟ ਹੈਗੇ ਆ, ਤਾਂ ਉਹਨਾਂ ਦੀ ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਆ ਉਹ ਮੋਰ ਹੋਊਗੀ। ਜਿਨ੍ਹਾਂ ਦੇ ਸਬਸਟੀਟਿਊਟਸ ਘੱਟ ਨੇ ਉਹਨਾਂ ਦੀ ਘੱਟ ਇਲਾਸਟਿਕ ਹੋਊਗੀ, ਲੈਸ ਇਲਾਸਟਿਕ ਹੋਊਗੀ। ਠੀਕ ਹੈ, ਇਸ ਤੋਂ ਅੱਗੇ ਹੈਗਾ ਕਮੋਡਿਟੀਜ਼ ਹੈਵਿੰਗ ਅਲਟਰਨੇਟਿਵ ਯੂਜ਼ਸ, ਕਹਿੰਦੇ ਬਹੁਤ ਉਪਯੋਗੀ ਵਸਤੂਆਂ। ਆਪਾਂ ਨੂੰ ਪਤਾ ਵੀ ਕੁਝ ਇਹੋ ਜਿਹੀਆਂ ਵਸਤੂਆਂ ਹੁੰਦੀਆਂ ਜਿਨ੍ਹਾਂ ਦਾ ਇੱਕ ਤੋਂ ਜ਼ਿਆਦਾ ਯੂਜ਼ ਕੀਤਾ ਜਾ ਸਕਦਾ, ਜਿਵੇਂ ਮਿਲਕ ਅਤੇ ਕੋਲ। ਮਿਲਕ ਦੀਆਂ ਆਪਾਂ ਮਠਿਆਈਆਂ ਵੀ ਬਣਾ ਸਕਦੇ ਹਾਂ, ਇਹਨੂੰ ਪੀ ਵੀ ਸਕਦੇ ਹਾਂ ਡਾਇਰੈਕਟਲੀ। ਠੀਕ ਹੈ, ਜਾਂ ਫਿਰ ਚੋਕਲੇਟਸ ਵਗੈਰਾ ਬਣਦੇ ਆ। ਠੀਕ ਹੈ, ਹੁਣ ਆਪਾਂ ਨੂੰ ਪਤਾ ਵੀ ਮਿਲਕ ਦੇ ਬਹੁਤ ਸਾਰੇ ਡਿਫਰੈਂਟ ਯੂਜ਼ਸ ਆ। ਕਹਿੰਦੇ ਜੇ ਇਹਦਾ ਪ੍ਰਾਈਸ ਘੱਟ ਜੂਗਾ ਤਾਂ ਇਹਦੀ ਡਿਮਾਂਡ ਵੱਧ ਜੂਗੀ। ਠੀਕ ਹੈ, ਮਤਲਬ ਇਹਦਾ ਇਫੈਕਟ ਪੈਂਦਾ ਬਹੁਤ ਜ਼ਿਆਦਾ। ਸੋ ਜਿਨ੍ਹਾਂ ਵਸਤੂਆਂ ਦੇ ਡਿਫਰੈਂਟ ਯੂਜ਼ਸ ਹੈਗੇ ਆ ਉਹਨਾਂ ਦੀ ਜਿਹੜੀ ਇਲਾਸਟਿਸਿਟੀ ਉਹ ਡਿਮਾਂਡ ਆ ਮੋਰ ਹੋਊਗੀ। ਜਿਨ੍ਹਾਂ ਦਾ ਸਿਰਫ ਇੱਕ ਹੀ ਯੂਜ਼ ਆ, ਆਪਣੇ ਕੋਲ ਕੋਈ ਆਪਸ਼ਨ ਹੀ ਨਹੀਂ, ਠੀਕ ਹੈ, ਆਪਾਂ ਨੂੰ ਉਹੀ ਖਰੀਦਣੀ ਪਊਗੀ, ਤਾਂ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਲੈਸ ਇਲਾਸਟਿਕ ਹੋਊਗੀ। ਇਸ ਤੋਂ ਅੱਗੇ ਜਿਹੜਾ ਟਾਈਮ ਐਲੀਮੈਂਟ ਆ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਕਨੋਮਿਕਸ ਦੇ ਵਿੱਚ ਟਾਈਮ ਐਲੀਮੈਂਟ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਇੱਕ ਸ਼ਾਰਟ ਪੀਰੀਅਡ ਹੁੰਦਾ ਤੇ ਇੱਕ ਲੌਂਗ ਪੀਰੀਅਡ ਹੁੰਦਾ। ਠੀਕ ਹੈ, ਜਿਹਨੂੰ ਅਲਪਕਾਲ ਤੇ ਲੌਂਗ ਪੀਰੀਅਡ ਨੂੰ ਦੀਰਘਕਾਲ ਕਿਹਾ ਜਾਂਦਾ। ਕਹਿੰਦੇ ਸ਼ਾਰਟ ਪੀਰੀਅਡ ਦੇ ਵਿੱਚ ਜਿਹੜੀ ਡਿਮਾਂਡ ਆ ਉਹ ਲੈਸ ਇਲਾਸਟਿਕ ਹੁੰਦੀ ਹੈ ਤੇ ਲੌਂਗ ਪੀਰੀਅਡ ਦੇ ਵਿੱਚ ਜਿਹੜੀ ਮੋਰ ਇਲਾਸਟਿਕ ਹੁੰਦੀ ਹੈ। ਮਤਲਬ ਲੌਂਗ ਪੀਰੀਅਡ ਵਿੱਚ ਆਪਾਂ ਨੂੰ ਪਤਾ ਵੀ ਆਪਣੇ ਕੋਲ ਲੰਮਾ ਸਮਾਂ ਹੁੰਦਾ, ਆਪਣੀ ਜਿਹੜੀ ਡਿਮਾਂਡ ਆ ਉਹਨੂੰ ਚੇਂਜ ਕਰ ਸਕਦੇ ਹਾਂ। ਇਸ ਤੋਂ ਅੱਗੇ ਕੀ ਆ ਕੰਜ਼ਿਊਮਰ ਦੀ ਇਨਕਮ ਆ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਆ। ਠੀਕ ਹੈ, ਜਿਹੜਾ ਤੁਸੀਂ ਯਾਦ ਰੱਖਣਾ, ਭੋਗਤਾਵਾਂ ਦੀ ਆਮਦਨ। ਕਹਿੰਦੇ ਵੈਰੀ ਹਾਈ ਲੈਵਲ ਆਫ ਇਨਕਮ ਔਰ ਵੈਰੀ ਲੋ ਲੈਵਲ ਆਫ ਇਨਕਮ। ਜਿਨ੍ਹਾਂ ਲੋਕਾਂ ਦੀ ਇਨਕਮ ਬਹੁਤ ਜ਼ਿਆਦਾ ਜਾਂ ਜਿਨ੍ਹਾਂ ਲੋਕਾਂ ਦੀ ਇਨਕਮ ਬਹੁਤ ਜ਼ਿਆਦਾ ਘੱਟ ਆ ਉਹਨਾਂ ਦੀ ਇਲਾਸਟਿਸਿਟੀ ਡਿਮਾਂਡ ਇਜ਼ ਸੈਡ ਟੂ ਬੀ ਲੈਸ ਇਲਾਸਟਿਕ। ਠੀਕ ਹੈ, ਉਹਨਾਂ ਦੀ ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਹੈ ਜਿਹੜੀ ਉਹ ਕੀ ਹੈ ਲੈਸ ਇਲਾਸਟਿਕ ਹੋਊਗੀ। ਕਿਉਂ? ਕਹਿੰਦੇ ਜਿਨ੍ਹਾਂ ਦੀ ਇਨਕਮ ਜ਼ਿਆਦਾ, ਆਪਾਂ ਨੂੰ ਪਤਾ ਜਿਨ੍ਹਾਂ ਬਹੁਤ ਜ਼ਿਆਦਾ ਅਮੀਰ ਆ, ਠੀਕ ਹੈ, ਆਪਾਂ ਨੂੰ ਪਤਾ ਵੀ ਉਹਨਾਂ ਦੀ ਜਿਹੜੀ ਪ੍ਰਾਈਸ ਦੇ ਵਿੱਚ ਗੁਡਸ ਦੀ ਪ੍ਰਾਈਸ ਦੇ ਵਿੱਚ ਚੇਂਜ ਆਉਣ ਦੇ ਨਾਲ ਉਹਨਾਂ ਦੀ ਡਿਮਾਂਡ ਵਿੱਚ ਕੋਈ ਚੇਂਜ ਨਹੀਂ ਆਊਗਾ, ਕਿਉਂਕਿ ਉਹਨਾਂ ਕੋਲ ਪੈਸਾ। ਇਸ ਤੋਂ ਬਿਨਾਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਘੱਟ ਆ, ਆਪਾਂ ਨੂੰ ਪਤਾ ਉਹ ਲਿਮਟਿਡ ਜਿਹੀਆਂ ਚੀਜ਼ਾਂ ਖਰੀਦਦੇ ਆ। ਠੀਕ ਹੈ, ਉਹਨਾਂ ਨੇ ਹਮੇਸ਼ਾ ਉਹੀ ਖਰੀਦਣੀਆਂ ਹੁੰਦੀਆਂ। ਠੀਕ ਹੈ, ਉਹ ਕੋਈ ਲਗਜ਼ਰੀ ਗੁਡਸ ਨਹੀਂ ਖਰੀਦਦੇ। ਹੁਣ ਆਪਾਂ ਨੂੰ ਪਤਾ ਵੀ ਇਹਨਾਂ ਨੇ ਕੀ ਆ ਜਿਹੜੀਆਂ ਚੀਜ਼ਾਂ ਖਰੀਦਦੇ ਆ ਉਹੀ ਖਰੀਦਦੇ ਰਹਿਣਾ ਹਰੇਕ ਹਾਲਤ ਦੇ ਵਿੱਚ। ਠੀਕ ਹੈ, ਸੋ ਇਹਨਾਂ ਦੋਨਾਂ ਦੀ
ਇਹ ਤੁਸੀਂ ਯਾਦ ਰੱਖਣਾ, ਕੰਜ਼ਿਊਮਰ ਦੀ ਇਨਕਮ ਪੁਆਇੰਟ ਦੇ ਵਿੱਚ ਜਿਨ੍ਹਾਂ ਦੀ ਲੈਵਲ ਹਾਈ ਹੈ ਇਨਕਮ ਦਾ, ਉਹਨਾਂ ਦੀ ਇਲਾਸਟਿਸਿਟੀ ਡਿਮਾਂਡ ਵੀ ਲੈਸ ਇਲਾਸਟਿਕ ਹੋਊਗੀ। ਜਿਨ੍ਹਾਂ ਦਾ ਲੋ ਲੈਵਲ ਆਫ ਇਨਕਮ ਆ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਕੀ ਹੈ, ਲੈਸ ਇਲਾਸਟਿਕ ਹੋਊਗੀ। ਦੋਨਾਂ ਦੀ ਸੇਮ ਹੋਊਗੀ। ਓਕੇ, ਇਸ ਤੋਂ ਅਗਲਾ ਪੁਆਇੰਟ ਹੈਗਾ ਕਿ ਲੈਵਲ ਆਫ ਪ੍ਰਾਈਸ। ਕਹਿੰਦੇ ਕੀਮਤ ਪੱਧਰ ਵੀ ਬਹੁਤ ਜ਼ਿਆਦਾ ਜਿਹੜੇ ਪ੍ਰਾਈਸ ਇਲਾਸਟਿਸਿਟੀ ਨੂੰ ਪ੍ਰਭਾਵਿਤ ਕਰਦਾ। ਐਕਸਟ੍ਰੀਮਲੀ ਐਕਸਪੈਂਸਿਵ ਵਸਤੂਆਂ, ਜਿਹੜੀਆਂ ਬਹੁਤ ਜ਼ਿਆਦਾ ਵਸਤੂਆਂ ਮਹਿੰਗੀਆਂ ਨੇ, ਜਿਵੇਂ ਹੀਰੇ ਹੋ ਗਏ, ਕਾਰਸ ਹੋ ਗਈ, ਜਾਂ ਬਹੁਤ ਜ਼ਿਆਦਾ ਚੀਪ ਵਸਤੂਆਂ, ਬਹੁਤ ਜ਼ਿਆਦਾ ਸਸਤੀਆਂ ਵਸਤੂਆਂ, ਜਿਵੇਂ ਮੈਚ ਬਾਕਸ, ਮਾਚਿਸ ਦੀ ਡੱਬੀ, ਠੀਕ ਹੈ, ਬਹੁਤ ਜ਼ਿਆਦਾ ਸਸਤੀ ਹੁੰਦੀ ਆ। ਇਹਨਾਂ ਦੋਨਾਂ ਦੀ ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਆ ਉਹ ਲੈਸ ਇਲਾਸਟਿਕ ਹੁੰਦੀ ਆ। ਕਿਉਂ ਹੁੰਦੀ ਆ? ਕਿਉਂਕਿ ਜਿਹੜੀਆਂ ਬਹੁਤ ਸਸਤੀਆਂ ਚੀਜ਼ਾਂ ਉਹਨਾਂ ਦੀ ਡਿਮਾਂਡ ਕੀ ਹੈ, ਉਨੀ ਹੀ ਰਹਿੰਦੀ ਆ, ਕਿਉਂਕਿ ਉਹ ਉਨੀ ਕੀ ਵਰਤੋਂ ਕਰਨੀ ਹੈ ਲੋਕਾਂ ਨੇ, ਠੀਕ ਹੈ, ਉਨੇ ਹੀ ਲੋਕਾਂ ਨੇ ਵਰਤੋਂ ਕਰਨੀ ਹੈ। ਸੋ ਜਿਨ੍ਹਾਂ ਦਾ ਜਿਹੜਾ ਪ੍ਰਾਈਸ ਆ ਮੀਡੀਅਮ ਆ, ਠੀਕ ਹੈ, ਮੀਡੀਅਮ ਦੇ ਵਿੱਚ ਪ੍ਰਾਈਸ ਆ, ਉਹਨਾਂ ਦੀ ਇਲਾਸਟਿਸਿਟੀ ਆਫ ਡਿਮਾਂਡ ਕੀ ਆ, ਮੋਰ ਇਲਾਸਟਿਕ ਹੁੰਦੀ ਆ। ਇਸ ਤੋਂ ਅੱਗੇ ਕੀ ਆ, ਸਟੈਂਡਰਡ ਆਫ ਲਿਵਿੰਗ, ਜੀਵਨ ਪੱਧਰ। ਕਹਿੰਦੇ ਸਟੈਂਡਰਡ ਆਫ ਲਿਵਿੰਗ ਜਿਨ੍ਹਾਂ ਦਾ ਹਾਈ ਆ ਉਹਨਾਂ ਦੀ ਲੋ ਕੀ ਆ, ਲੈਸ ਇਲਾਸਟਿਕ ਆ ਡਿਮਾਂਡ ਵੀ, ਠੀਕ ਹੈ। ਇਸ ਤੋਂ ਬਿਨਾਂ ਜਿਨ੍ਹਾਂ ਦਾ ਸਟੈਂਡਰਡ ਆਫ ਲਿਵਿੰਗ ਲੋ ਆ, ਠੀਕ ਹੈ, ਲੋ ਪੱਧਰ ਤੇ ਜਿਉਂਦੇ ਆ, ਉਹਨਾਂ ਦੀ ਇਲਾਸਟਿਕ ਵੀ ਜ਼ਿਆਦਾ ਮੋਰ ਇਫੈਕਟਿਵ ਹੋਊਗੀ। ਕਿਉਂਕਿ ਦੇਖੋ ਹੁਣ ਜਿਨ੍ਹਾਂ ਦਾ ਲੈਵਲ ਆਫ ਲਿਵਿੰਗ ਲੋ ਆ, ਮਤਲਬ ਉਹਨਾਂ ਦੀ ਇਨਕਮ ਵੀ ਘੱਟ ਹੋਊਗੀ, ਠੀਕ ਹੈ, ਉਹ ਕੀ ਆ, ਮਤਲਬ ਜਿਹੜੇ ਪ੍ਰਾਈਸ ਵਿੱਚ ਚੇਂਜ ਆਉਂਦੇ ਆ ਗੁਡਸ ਦੀਆਂ, ਤਾਂ ਉਹਨਾਂ ਦੀ ਇਲਾਸਟਿਕ ਜਿਹੜੀ ਡਿਮਾਂਡ ਆ ਉਹਨਾਂ ਦੇ ਵਿੱਚ ਵੀ ਚੇਂਜ ਆਉਂਦਾ ਹੀ ਰਹੂਗਾ। ਸੋ ਇਹਨਾਂ ਦੀ ਜਿਹੜੀ ਡਿਮਾਂਡ ਆ ਉਹ ਮੋਰ ਇਲਾਸਟਿਕ ਹੋਊਗੀ। ਇਸ ਤੋਂ ਅੱਗੇ ਪੋਸਟਪੋਨੈਂਟ ਆਫ ਯੂਜ਼ ਆਫ ਕਮੋਡਿਟੀ। ਕਹਿੰਦੇ ਅੱਗੇ ਪਾ ਦੇਣ ਵਾਲੀ ਸੰਭਾਵਨਾ। ਆਪਾਂ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਆਪਾਂ ਕਹਿ ਦਿੰਦੇ ਹਾਂ ਕੋਈ ਨਾ ਆਉਣ ਵਾਲੇ ਨੀਅਰ ਫਿਊਚਰ ਦੇ ਵਿੱਚ ਆਪਾਂ ਖਰੀਦ ਲਵਾਂਗੇ। ਸੋ ਜਿਨ੍ਹਾਂ ਦੀ ਆਪਾਂ ਟਾਲ ਸਕਦੇ ਹਾਂ ਫਿਊਚਰ ਦੇ ਵਿੱਚ, ਉਹਨਾਂ ਦੀ ਡਿਮਾਂਡ ਕੀ ਆ, ਮੋਰ ਇਲਾਸਟਿਕ ਕਿਹਾ ਜਾਂਦਾ। ਜਿਵੇਂ ਲਗਜ਼ਰੀ ਫਰਨੀਚਰ ਹੋ ਗਿਆ, ਕਾਰਸ ਹੋ ਗਿਆ, ਆਪਾਂ ਕਹਿ ਸਕਦੇ ਹਾਂ ਵੀ ਜੇ ਇਹ ਸਸਤਾ ਹੋ ਗਿਆ ਆਪਾਂ ਤਾਂ ਹੀ ਖਰੀਦਾਂਗੇ। ਇਸ ਤੋਂ ਬਿਨਾਂ ਜਿਹੜਾ ਫੂਡ ਆ, ਕਹਿੰਦੇ ਕੈਨ ਨਾਟ ਬੀ ਪੋਸਟਪੋਨਡ। ਆਪਾਂ ਨੂੰ ਅੱਜ ਭੁੱਖ ਲੱਗੀ, ਆਪਾਂ ਇਦਾਂ ਨਹੀਂ ਕਹਾਂਗੇ ਕਿ ਆਪਾਂ ਪਰਸੋਂ ਖਰੀਦ ਲਾਂਗੇ ਖਾਣ ਵਾਲੀਆਂ ਚੀਜ਼ਾਂ, ਆਪਾਂ ਨੂੰ ਅੱਜ ਹੀ ਖਰੀਦਣੀਆਂ ਪੈਣਗੀਆਂ। ਸੋ ਉਹਨਾਂ ਦੀ ਇਲਾਸਟਿਕ ਆ, ਉਹਨਾਂ ਦੀ ਕੋਈ ਆਪਸ਼ਨ ਨਹੀਂ ਬਚਦੀ। ਸੋ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਲੈਸ ਇਲਾਸਟਿਕ ਹੁੰਦੀ ਆ। ਇਸ ਤੋਂ ਅੱਗੇ ਕੀ ਹੈ, ਹੈਬਿਟਸ ਆਫ ਦਾ ਕੰਜ਼ਿਊਮਰ, ਉਪਭੋਗਤਾ ਦੀ ਆਦਤਾਂ। ਕਹਿੰਦੇ ਜਿਹੜੀ ਵਸਤੂ ਦੀ ਉਪਭੋਗਤਾ ਨੂੰ, ਕਿਸੇ ਵੀ ਉਪਭੋਗਤਾ ਨੂੰ ਆਦਤ ਪੈ ਚੁੱਕੀ ਆ, ਉਹਨੂੰ ਛੱਡ ਨਹੀਂ ਸਕਦਾ, ਤਾਂ ਉਹਨਾਂ ਦੀ ਜਿਹੜੀ ਡਿਮਾਂਡ ਆ ਇਨਇਲਾਸਟਿਕ ਹੁੰਦੀ ਆ। ਮਤਲਬ ਉਹਨਾਂ ਦੇ ਪ੍ਰਾਈਸ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ, ਘਟੇ ਜਾਂ ਵਧੇ, ਉਹਨਾਂ ਨੇ ਉਹਨਾਂ ਦਾ ਜਿਹੜੀ ਡਿਮਾਂਡ ਆ ਉਨੀ ਹੀ ਰੱਖਣੀ ਆ। ਇਸ ਤੋਂ ਬਿਨਾਂ ਜਿਹੜੀ ਲਾਸਟ ਵਿੱਚ ਹੈਗੀ ਜੁਆਇੰਟ ਡਿਮਾਂਡ, ਜਿਹਨੂੰ ਸੰਯੁਕਤ ਮੰਗ ਕਿਹਾ ਜਾਂਦਾ। ਜਿਵੇਂ ਸੰਯੁਕਤ ਮੰਗ, ਜਿਵੇਂ ਉਹਨੂੰ ਕੰਪਲੀਮੈਂਟਰੀ ਵੀ ਮੰਗ ਕਿਹਾ ਜਾਂਦਾ, ਕੰਪਲੀਮੈਂਟਰੀ ਡਿਮਾਂਡ, ਪੂਰਵਕ ਡਿਮਾਂਡ ਵੀ ਕਿਹਾ ਜਾਂਦਾ। ਜਿਵੇਂ ਪੈਨ ਤੇ ਇੰਕ ਹੋ ਗਿਆ, ਕਾਰ ਐਂਡ ਪੈਟਰੋਲ ਹੋ ਗਿਆ, ਇਹਨਾਂ ਦੀ ਇਲਾਸਟਿਸਿਟੀ ਆਫ ਡਿਮਾਂਡ ਕੀ ਹੈ, ਇਨਇਲਾਸਟਿਕ ਆ। ਜੇ ਪੈਨ ਆ ਤਾਂ ਇੰਕ ਵੀ ਖਰੀਦਣੀ ਪਊਗੀ, ਸੋ ਇਹਦੀ ਇੰਕ ਦੀ ਇਲਾਸਟਿਸਿਟੀ ਆਫ ਡਿਮਾਂਡ ਕੀ ਹੈ, ਇਨਇਲਾਸਟਿਕ ਆ। ਜੇ ਕਾਰ ਆ ਤਾਂ ਪੈਟਰੋਲ ਵੀ ਖਰੀਦਣਾ ਹੀ ਪਊਗਾ, ਠੀਕ ਹੈ, ਇਦਾਂ ਨਹੀਂ ਹੋਊਗਾ ਵੀ ਆਪਾਂ ਕਾਰ ਖਰੀਦ ਲਈ ਪੈਟਰੋਲ ਨਾ ਖਰੀਦਾਂਗੇ, ਠੀਕ ਹੈ। ਸੋ ਇਹਨਾਂ ਦੋਨਾਂ ਦੀ ਕੀ ਆ, ਜਿਹੜੀ ਡਿਮਾਂਡ, ਜਿਹੜੀ ਜੁਆਇੰਟ ਡਿਮਾਂਡ ਗੁਡਸ ਹੁੰਦੀਆਂ, ਠੀਕ ਹੈ, ਉਹਨਾਂ ਦੀ ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਆ ਇਨਇਲਾਸਟਿਕ ਹੁੰਦੀ ਆ। ਇਸ ਤੋਂ ਅੱਗੇ ਆ ਇਨਕਮ ਇਲਾਸਟਿਸਿਟੀ ਆਫ ਡਿਮਾਂਡ, ਜਿਹਨੂੰ ਮੰਗ ਦੀ ਆਮਦਨ ਲਚਕ ਕਿਹਾ ਜਾਂਦਾ। ਇਨਕਮ ਇਲਾਸਟਿਸਿਟੀ ਆਫ ਡਿਮਾਂਡ ਨੂੰ EY ਦੇ ਨਾਲ ਡਿਨੋਟ ਕੀਤਾ ਜਾਂਦਾ। Y ਮਤਲਬ ਇਨਕਮ, ਠੀਕ ਹੈ। ਇਨਕਮ ਇਲਾਸਟਿਸਿਟੀ ਆਫ ਡਿਮਾਂਡ ਇਜ਼ ਆਲਸੋ ਡਿਫਾਈਨਡ ਐਜ਼ ਦਾ ਰੇਸ਼ੀਓ ਆਫ ਪ੍ਰਪੋਰਸ਼ਨੇਟ ਚੇਂਜ ਇਨ ਦਾ ਕੁਆਂਟਿਟੀ ਡਿਮਾਂਡਡ ਆਫ ਆ ਕਮੋਡਿਟੀ ਟੂ ਆ ਪ੍ਰਪੋਰਸ਼ਨੇਟ ਚੇਂਜ ਇਨ ਦਾ ਇਨਕਮ। ਕਹਿੰਦੇ ਜਦੋਂ ਕਿਸੇ ਵੀ ਉਪਭੋਗਤਾ ਦੀ ਇਨਕਮ ਦੇ ਵਿੱਚ ਚੇਂਜ ਆਉਂਦਾ ਤਾਂ ਉਹਦੀ ਕੁਆਂਟਿਟੀ ਡਿਮਾਂਡਡ, ਉਹ ਜੋ ਵਸਤੂਆਂ ਦੀ ਡਿਮਾਂਡ ਕਰ ਰਹੇ ਆ ਉਹਨਾਂ ਵਿੱਚ ਕਿੰਨਾ ਚੇਂਜ ਆਉਂਦਾ, ਉਹਨਾਂ ਦੀ ਇੱਕ ਰੇਸ਼ੀਓ ਆ। ਇਹ ਬਿਲਕੁਲ ਪ੍ਰਾਈਸ ਦੀ ਤਰ੍ਹਾਂ, ਇਹਦੇ ਵਿੱਚ ਪ੍ਰਾਈਸ ਦੀ ਜਗ੍ਹਾ ਤੇ ਕੀ ਆ ਜਾਣਾ, ਇਨਕਮ ਆ ਜਾਣਾ, ਠੀਕ ਹੈ। ਆਪਾਂ ਨੂੰ ਪਤਾ ਜਦੋਂ ਕਿਸੇ ਉਪਭੋਗਤਾ ਦੀ ਇਨਕਮ ਚੇਂਜ ਹੁੰਦੀ ਆ ਤਾਂ ਉਹਦੀ ਜਿਹੜੀ ਡਿਮਾਂਡ ਆ ਉਹ ਵੀ ਚੇਂਜ ਹੁੰਦੀ ਆ। ਸੋ ਦੇਖੋ ਇਹਦਾ ਫਾਰਮੂਲਾ ਕੀ ਬਣੂਗਾ, EY ਇਜ਼ ਇਕੁਅਲ ਟੂ ਪ੍ਰਪੋਰਸ਼ਨੇਟ ਚੇਂਜ ਇਨ ਕੁਆਂਟਿਟੀ ਡਿਮਾਂਡਡ ਓਵਰ ਪ੍ਰਪੋਰਸ਼ਨੇਟ ਚੇਂਜ ਇਨ ਇਨਕਮ ਆਫ ਦਾ ਕੰਜ਼ਿਊਮਰ। ਜਦੋਂ ਕਿਸੇ ਵੀ ਕੰਜ਼ਿਊਮਰ ਦੀ ਇਨਕਮ ਵਿੱਚ ਚੇਂਜ ਆਉਂਦਾ, ਉਹਦੇ ਨਾਲ ਕੀ ਕਿੰਨੇ ਪ੍ਰਪੋਰਸ਼ਨ ਦੇ ਵਿੱਚ ਕੁਆਂਟਿਟੀ ਡਿਮਾਂਡ ਵਿੱਚ ਚੇਂਜ ਆਉਂਦਾ, ਉਹ ਕੀ ਆ, ਇਹਦਾ ਫਾਰਮੂਲਾ ਬਣ ਜਾਊਗਾ। ਜਦੋਂ ਆਪਾਂ ਐਲੈਬੋਰੇਟ ਕਰਾਂਗੇ, ਦੇਖੋ EY ਇਜ਼ ਇਕੁਅਲ ਟੂ ਡੈਲ Q, ਮਤਲਬ ਕਿੰਨੀ ਕੁਆਂਟਿਟੀ ਕੀ ਆ ਚੇਂਜ ਹੋਈ, ਓਵਰ ਡੈਲ Y ਇੰਟੂ Y ਮਤਲਬ ਇਨਕਮ, Y ਓਵਰ Q, ਠੀਕ ਹੈ। ਇਹ ਇਦਾਂ ਹੀ ਫਾਰਮੂਲਾ ਬਣ ਜਾਣਾ। ਤੁਸੀਂ ਪਹਿਲਾਂ ਯਾਦ ਕੀਤਾ ਹੋਇਆ, ਇੱਥੇ P ਸੀ ਪਹਿਲਾਂ, ਹੁਣ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉੱਥੇ ਜਿੱਥੇ ਪ੍ਰਾਈਸ ਸੀ ਉੱਥੇ ਆਪਾਂ ਕੀ ਆ, ਇਨਕਮ ਕਰ ਦੇਣਾ। ਹੁਣ ਇਸ ਤੋਂ ਅੱਗੇ ਲਾਸਟ ਦੇ ਵਿੱਚ ਕੀ ਆ ਕਿ ਕ੍ਰੋਸ ਇਲਾਸਟਿਸਿਟੀ ਆਫ ਡਿਮਾਂਡ ਕੀ ਆ, ਠੀਕ ਹੈ। ਇਹਨੂੰ EC ਦੇ ਨਾਲ ਡਿਨੋਟ ਕੀਤਾ ਜਾਂਦਾ। ਮੰਗ ਦੀ ਸੰਬੰਧਿਤ ਵਸਤੂ ਲਈ ਜਾਂ ਆੜੀ ਲਚਕ ਇਹਨੂੰ ਕਿਹਾ ਜਾਂਦਾ। ਕਹਿੰਦੇ ਜਿਹੜੀ ਕ੍ਰੋਸ ਇਲਾਸਟਿਸਿਟੀ ਆਫ ਡਿਮਾਂਡ ਆ ਉਹ ਕਦੋਂ ਐਗਜ਼ਿਸਟ ਕਰਦੀ ਹੈ, ਜਦੋਂ ਵਸਤੂਆਂ ਦੇ ਸਬਸਟੀਟਿਊਟਸ ਆ। ਸਬਸਟੀਟਿਊਟਸ ਮਤਲਬ ਆਪਾਂ ਬਹੁਤ ਵਧੀਆ ਐਗਜ਼ਾਮਪਲ ਲੈਂਦੇ ਹਾਂ ਇਹਦੀ ਟੀ ਐਂਡ ਕਾਫੀ ਦੀ,
देखो, it is also defined as the ratio of proportionate change in quantity demanded of X good to the proportionate change in price of related commodity Y। ਕਹਿੰਦੇ ਇਹ ਉਹਨਾਂ ਦੀ ਰੇਸ਼ੀਓ ਆ, ਕਿਹਦੀ ਕਹਿੰਦੇ ਜਦੋਂ ਵੀ ਕਿਸੇ ਵੀ Y ਵਸਤੂ ਦੀ ਪ੍ਰਾਈਸ ਵਿੱਚ ਚੇਂਜ ਆਉਂਦਾ ਤੇ X ਵਸਤੂ ਦੀ ਡਿਮਾਂਡ ਉੱਤੇ ਕੀ ਚੇਂਜ ਆਉਂਦਾ, ਉਹਨਾਂ ਦੀ ਰੇਸ਼ੀਓ ਆ। ਦੇਖੋ ਫੋਰ ਐਗਜ਼ਾਮਪਲ ਆਪਾਂ ਕਿਹਾ ਸੀ ਇਹ ਜਦੋਂ ਸਬਸਟੀਟਿਊਟ ਗੁੱਡਸ ਹੁੰਦੀਆਂ, ਸਬਸਟੀਟਿਊਟ ਗੁੱਡਸ ਮਤਲਬ ਟੀ ਐਂਡ ਕਾਫੀ। ਕਹਿੰਦੇ ਜਦੋਂ Y ਵਸਤੂ ਮਤਲਬ ਆਪਾਂ ਇਹਨੂੰ ਟੀ ਨੂੰ ਮੰਨ ਲਿਆ X ਵਸਤੂ, Y ਨੂੰ ਮੰਨ ਲਿਆ ਕਾਫੀ, ਠੀਕ ਹੈ C। ਦੇਖੋ ਹੁਣ ਜਦੋਂ ਕਹਿੰਦੇ ਪ੍ਰਾਈਸ ਆਫ ਵਾਈ ਗੁੱਡ, ਜਦੋਂ ਵਾਈ ਗੁੱਡ ਦਾ ਪ੍ਰਾਈਸ ਚੇਂਜ ਆਉਂਦਾ ਮਤਲਬ ਸੀ ਕਾਫੀ ਦਾ ਪ੍ਰਾਈਸ ਮੰਨ ਲਓ ਘਟ ਗਿਆ, ਠੀਕ ਹੈ, ਕਾਫੀ ਦਾ ਪ੍ਰਾਈਸ ਘਟ ਰਿਹਾ ਤਾਂ ਲੋਕ ਕੀ ਆ ਕਾਫੀ ਦੀ ਮੰਗ ਜ਼ਿਆਦਾ ਕਰਨਗੇ ਤੇ ਜਿਹੜੀ ਟੀ ਆ ਉਹਦੀ ਡਿਮਾਂਡ ਕੀ ਆ ਘਟਾ ਦੇਣਗੇ। ਸੋ ਦੇਖੋ ਕਹਿੰਦੇ ਜਿਹੜੀ ਕਾਫੀ ਆ ਜਿਹੜੀ ਵਾਈ ਵਸਤੂ ਦੀ ਪ੍ਰਾਈਸ ਵਿੱਚ ਚੇਂਜ ਆਉਣ ਦੇ ਨਾਲ ਐਕਸ ਵਸਤੂ ਦੀ ਐਕਸ ਗੁੱਡ ਦੀ ਕੁਆਂਟੀਟੀ ਡਿਮਾਂਡ ਵਿੱਚ ਕੀ ਚੇਂਜ ਆਉਂਦਾ ਤਾਂ ਜਿਹੜੀ ਟੀ ਆ ਉਹਦੀ ਕੁਆਂਟੀਟੀ ਜਿਹੜੀ ਡਿਮਾਂਡ ਕੀਤੀ ਜਾਂਦੀ ਉਹਦੇ ਵਿੱਚ ਕੀ ਚੇਂਜ ਆਉਂਦਾ, ਉਹਦਾ ਕੀ ਹੈ ਇਹ ਰੇਸ਼ੀਓ। ਸੋ ਦੇਖੋ ਇਹਨੂੰ ਕਿੱਦਾਂ ਲਿਖਾਂਗੇ ਆਪਾਂ, ਈ ਸੀ ਮਤਲਬ क्रॉस इलास्टिसिटी ऑफ डिमांड इज इक्वल टू डेल क्यू एक्स, मतलब क्वांटिटी ऑफ एक्स वस्तु, प्राइस ऑफ डेल मतलब चेंज इन प्राइस ऑफ वाई वस्तु, ठीक है। हाँ देखो पी मतलब प्राइस ऑफ वाई, वाई वस्तु का प्राइस, क्यू एक्स क्वांटिटी ऑफ एक्स गुड, ठीक है। इदा आप इसका फॉर्मूला तुम लर्न कर लेना, बहुत ही ईजी है। सो देखो जी क्रॉस इलास्टिसिटी ऑफ डिमांड आ ਉਹਦੇ ਵਿੱਚ ਜਿਹੜੀਆਂ ਸਥਾਨਾਂਤਰ ਵਸਤੂਆਂ ਹੁੰਦੀਆਂ ਸਬਸਟੀਟਿਊਟ ਗੁੱਡਸ ਹੁੰਦੀਆਂ ਉਹਦੇ ਸੰਬੰਧ ਦੇ ਵਿੱਚ ਉਹਦੇ ਹਾਲਤ ਵਿੱਚ ਕੀ ਹੈ ਇਹਦੀ ਜਿਹੜੀ ਲੋਚ ਆ ਉਹ ਕੀ ਹੁੰਦੀ ਹੈ ਪੋਜ਼ਿਟਿਵ ਹੁੰਦੀ ਹੈ, ਠੀਕ ਹੈ। ਕੰਪਲੀਮੈਂਟਰੀ ਵਸਤੂਆਂ ਦੇ ਵਿੱਚ ਇਹ ਨੈਗੇਟਿਵ ਹੁੰਦੀ ਹੈ ਐਂਡ ਦਾ ਜਿਹੜੀ ਹੈ ਇੰਡੀਪੈਂਡੈਂਟ ਵਸਤੂਆਂ ਉਹਦੇ ਵਿੱਚ ਕੀ ਹੈ ਇਹ 0 ਹੁੰਦੀ ਹੈ। ਇਸੇ ਨਾਲ ਹੀ ਆਪਣਾ ਚੈਪਟਰ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।